ਨਮਸਕਾਰ, ਤੁਸੀਂ ਦੇਖ ਰਹੇ ਹੋ ਕਲਮ ਨਿਊਜ਼। ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਪਰੇਡ ਦੀ ਤਿਆਰੀ ਅਤੇ ਟਰੈਕਟਰ ਟਰੈਲੀ ਦੀ ਰੈਲੀ ਦੀ ਤਿਆਰੀ ਵਿੱਚ ਮਸ਼ਗੂਲ ਹਨ, ਉੱਥੇ ਦੂਸਰੇ ਪਾਸੇ ਭਾਰਤ ਸਰਕਾਰ ਦੀ ਏਜੰਸੀ NAI ਨੇ 20 ਜਣਿਆਂ ਨੂੰ ਨੋਟਿਸ ਜਾਰੀ ਕਰਕੇ, ਜਿਹਦੇ ਵਿੱਚ ਕਿਸਾਨ ਵੀ ਸ਼ਾਮਿਲ ਨੇ, ਕਿਸਾਨ ਜਥੇਬੰਦੀਆਂ ਦੇ ਆਗੂਆ ਨੇਤਾ ਵੀ ਸ਼ਾਮਿਲ ਨੇ, ਉਹਨਾਂ ਨੂੰ ਨੋਟਿਸ ਦਿੱਤਾ ਹੈ। ਅਤੇ ਨੋਟਿਸ ਦੇ ਕੇ NIR ਦੇ ਨੋਟਿਸ ਦੇ ਜ਼ਰੀਏ ਇਹ ਆਖਿਆ ਗਿਆ ਹੈ ਕਿ ਖਾਲਿਸਤਾਨੀ ਫੰਡਿੰਗ ਆ ਰਹੀ ਹੈ ਅਤੇ ਬਾਹਰਲੇ ਦੇਸ਼ਾਂ ਤੋਂ ਜਿਹੜਾ ਪੈਸਾ ਆ ਰਿਹਾ ਹੈ ਉਹ ਆਤੰਕਵਾਦ ਦੀ ਏਜੰਸੀਆਂ, ਆਤੰਕਵਾਦ ਦੇ ਸੰਗਠਨ ਜਿਹੜੇ ਜੁੜੇ ਹੋਏ ਆ ਉਹ ਉਹਨਾਂ ਨੂੰ ਪੈਸਾ ਭੇਜ ਰਹੇ ਹੈ। ਅਤੇ ਉਹਨਾਂ ਨੇ NIA ਨੇ ਇਹ ਆਖਿਆ ਹੈ ਕਿ ਤੁਸੀਂ ਕਿਸਾਨ ਜਥੇਬੰਦੀ ਹੋ ਚਾਹੇ ਕੋਈ ਦੂਸਰਾ ਵਿਅਕਤੀ ਹੋਵੇ, ਉਹ ਆ ਕੇ ਆਪਣਾ ਪੱਖ ਰੱਖੇ। ਉਹਨਾਂ ਨੇ 20 ਜਣਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬਲਦੇਵ ਸਿੰਘ ਸਿਰਸਾ ਉਹਨਾਂ ਨੂੰ ਵੀ ਇਹ ਨੋਟਿਸ ਮਿਲਿਆ ਹੈ, ਜਿਹੜੇ ਕਿ ਸਿਕਿਉਰਿਟੀ ਦੀ ਸੇਵਾ ਦਿੱਲੀ ਅੰਦੋਲਨ ਵਿੱਚ ਨਿਭਾ ਰਹੇ ਨੇ। ਉਹਨਾਂ ਨੂੰ ਨੋਟਿਸ ਦਿੱਤਾ ਹੈ ਅਤੇ ਮੀਡੀਆ ਦੇ ਅੱਗੇ ਆ ਕੇ ਉਹਨਾਂ ਨੇ ਆਖਿਆ ਹੈ ਕਿ 2 ਫਰਵਰੀ ਤੱਕ ਮੈਂ ਉਸ ਏਜੰਸੀ ਦੇ ਅੱਗੇ ਪੇਸ਼ ਨਹੀਂ ਹੋਊਗਾ, ਕਿਉਂਕਿ ਵਿਅਕਤੀਗਤ ਮੇਰੇ ਕੰਮ ਹਨ ਅਤੇ ਮੈਂ ਕਿਸਾਨ ਅੰਦੋਲਨ ਤੋਂ ਵੀ ਛੁੱਟੀ ਲੈ ਕੇ ਪੁੱਠਾ ਆਇਆ ਹੋਇਆ ਅਤੇ ਮੈਂ 2 ਫਰਵਰੀ ਤੱਕ ਪੇਸ਼ ਨਹੀਂ ਹੋਊਗਾ। ਅਬ ਇੱਕ ਪਾਸੇ ਕਿਸਾਨਾਂ ਦਾ ਇਹ ਵੀ ਰੋਸ ਹੈ ਕਿ ਮੋਦੀ ਸਰਕਾਰ ਘਬਰਾਈ ਹੋਈ ਹੈ, 26 ਜਨਵਰੀ ਦੀ ਜਿਹੜੀ ਰੈਲੀ ਹੈ ਉਹਨੂੰ ਦੇਖ ਕੇ ਘਬਰਾਈ ਹੋਈ ਹੈ। ਇਸੇ ਕਰਕੇ ਉਹਨਾਂ ਨੇ ਭਾਰਤ ਸਰਕਾਰ ਦੀ ਏਜੰਸੀ ਦੇ ਜ਼ਰੀਏ ਇਹ ਨੋਟਿਸ ਭਿਜਵਾਏ ਹਨ। ਅਤੇ ਉਹਨਾਂ ਦਾ ਇਹ ਵੀ ਰੋਪ ਹੈ ਕਿ ਜਦੋਂ ਕਰੋਨਾ ਦੀ ਲੜਾਈ ਦੇ ਵਿੱਚ ਦੇਸ਼ ਜੂਝ ਰਿਹਾ ਸੀ ਅਤੇ ਉਦੋਂ ਵੀ ਤਾਂ ਕਈ ਲੋਕਾਂ ਨੇ ਕਰੋਨਾ ਰੋਗ ਵਾਇਰਸ ਨੂੰ ਰੋਕਣ ਵਾਸਤੇ, ਵਿਵਸਥਾ ਵਾਸਤੇ PM ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਏ। ਅਤੇ ਉਦੋਂ ਫਿਰ ਕਰੋਨਾ ਦੀ ਲੜਾਈ ਜਦੋਂ ਦੇਸ਼ ਲੜ ਰਿਹਾ ਸੀ ਅਤੇ ਉਦੋਂ ਫਿਰ ਮੋਦੀ ਸਰਕਾਰ ਨੂੰ ਇਹ ਜਿਹੜੇ ਫੰਡਿੰਗ ਆ ਰਹੀ ਸੀ ਉਹ ਉਦੋਂ ਯਾਦ ਕਿਉਂ ਨਹੀਂ ਹੋਈ। ਇਹ ਵੀ ਕਿਸਾਨਾਂ ਦਾ ਆਰੋਪ ਹੈ ਕਿ ਮੋਦੀ ਸਰਕਾਰ ਉਦੋਂ ਫਿਰ ਕੀ ਕਰਦੀ ਸੀ, ਉਦੋਂ ਅੱਖ ਮੀਚ ਕੇ PM ਮੋਦੀ ਦੇ ਖਾਤੇ ਵਿੱਚ ਧੜਾ ਧੜ ਲੋਕਾਂ ਨੇ ਪੈਸੇ ਜਮ੍ਹਾਂ ਕਰਾਏ, ਦੇਸ਼ ਨੂੰ ਬਚਾਉਣ ਵਾਸਤੇ ਕਰਾਏ। ਅਤੇ ਹੁਣ ਕਿਸਾਨ ਆਪਣੀ ਖੇਤੀ ਨੂੰ ਬਚਾਉਣ ਵਾਸਤੇ ਦਿੱਲੀ ਦੇ ਧਰਨੇ 'ਤੇ ਬੈਠਾ ਹੈ ਅਤੇ ਮੋਦੀ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਟੋਲ ਮਟੋਲ ਕਰਕੇ ਅਤੇ ਵਾਰਤਾ ਦਾ ਨਿਉਤਾ ਦੇ ਕੇ ਬਾਰ-ਬਾਰ ਕੋਈ ਗੱਲ ਸਿਰੇ ਨਹੀਂ ਚਾੜ੍ਹਦੇ ਹੋਏ ਇਸੇ ਤਰ੍ਹਾਂ ਕਿਸਾਨ ਅੰਦੋਲਨ ਨੂੰ ਕੁਚਲਣਾ ਚਾਹੁੰਦੇ ਹੈ। ਕਿਸਾਨਾਂ ਨੇ ਇਹ ਆਰੋਪ ਵੀ ਲਗਾਇਆ ਹੈ ਕਿ ਇਸ ਤਰ੍ਹਾਂ ਅਸੀਂ ਡਰਨ ਵਾਲੇ ਨਹੀਂ ਹੈ ਅਤੇ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ, ਚਾਹੇ ਨੋਟਿਸ 20 ਨਹੀਂ ਚਾਹੇ 20,000 ਆ ਜਾਏ, ਸਾਨੂੰ ਕੋਈ ਡਰ ਨਹੀਂ ਹੈ, ਅਸੀਂ ਤਕੜੇ ਹੋ ਕੇ ਇਹ ਲੜਾਈ ਲੜਦੇ ਰਹਾਂਗੇ। ਦੂਸਰੀ ਤਰਫ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਹਰਿਆਣਾ ਕਿਸਾਨ ਜਥੇਬੰਦੀਆਂ ਨੇ ਅੱਜ ਟਿਕਰੀ ਬਾਰਡਰ 'ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਹੈ ਕਿ ਅਸੀਂ ਥੋੜ੍ਹੇ ਦਿਨਾਂ ਬਾਅਦ ਹਰਿਆਣਾ ਸਰਕਾਰ ਦੇ BJP ਦੇ ਮੰਤਰੀ ਹੋਣ, MLA ਹੋਣ, ਚਾਹੇ JJP ਦੇ ਮੰਤਰੀ ਹੋਣ, ਚਾਹੇ ਕੋਈ MLA ਹੋਣ, ਉਹਨਾਂ ਦੇ ਅੱਗੇ ਝੋਲੀ ਅੱਡ ਕੇ ਅਸੀਂ ਅਸਤੀਫੇ ਮੰਗਣ ਵਾਸਤੇ ਇੱਕ ਪ੍ਰੋਗਰਾਮ ਬਣਾਇਆ ਅਤੇ ਅਸੀਂ ਮੰਤਰੀ ਅਤੇ MLA ਵਿਧਾਇਕਾਂ ਦੇ ਕੋਲ ਜਾਵਾਂਗੇ ਅਤੇ ਉਹਨਾਂ ਦੇ ਕਿਸਾਨ ਅੰਦੋਲਨ ਵਾਸਤੇ ਅਸਤੀਫੇ ਮੰਗਾਂਗੇ। ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਅਸੀਂ ਉਹਨਾਂ ਦੇ ਅਸਤੀਫੇ ਮੰਗਾਂਗੇ ਅਤੇ ਅਗਰ ਜਿਹੜੇ ਕਿਸਾਨ ਅੰਦੋਲਨ ਦੇ ਸ਼ਾਮਿਲ ਹੋਣ ਵਾਸਤੇ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਸਤੇ ਅਗਰ ਅਸਤੀਫੇ ਨਹੀਂ ਦਿੰਦੇ ਹੈ ਤਾਂ ਆਉਣ ਵਾਲੇ ਜਦੋਂ ਵੀ ਚੁਣਾਵ ਆਉਣਗੇ ਫਿਰ ਅਸੀਂ ਉਹਨਾਂ ਨੂੰ ਮਜ਼ਾ ਵੀ ਚੁਕਾਵਾਂਗੇ। ਅਤੇ ਹੁਣ ਮੌਕਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਨੂੰ ਸ਼ਾਮਿਲ ਹੋਣ ਵਾਸਤੇ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਸਤੇ ਅਸਤੀਫਾ ਦੇਊਗਾ, ਅਸੀਂ ਉਹਨੂੰ ਸਿਰ ਮੱਥੇ ਚੱਕਾਂਗੇ ਅਤੇ ਉਹਦਾ ਅਸੀਂ ਸਨਮਾਨ ਵੀ ਕਰਾਂਗੇ। ਅਸੀਂ ਇਹ ਅਪੀਲ ਅੱਜ ਜਾਰੀ ਉਹਨਾਂ ਨੇ ਕੀਤੀ ਹੈ, ਟਿਕਰੀ ਬਾਰਡਰ ਤੋਂ ਕੀਤੀ ਹੈ ਅਤੇ ਉਹ ਝੋਲੀ ਅੱਡ ਕੇ MLA ਮੰਤਰੀਆਂ ਦੇ ਅੱਗੇ ਜਾਣਗੇ ਅਤੇ ਉਹਨਾਂ ਦੇ ਅਸਤੀਫੇ ਮੰਗਣਗੇ। ਹੁਣ ਇਹ ਦੇਖਣਾ ਹੋਊਗਾ ਕਿ ਕਿਸਾਨ ਅੰਦੋਲਨ ਇੱਕ ਤਰਫ ਭਾਰਤ ਸਰਕਾਰ ਅੜੀ ਹੋਈ ਹੈ ਅਤੇ ਮੋਦੀ ਸਰਕਾਰ ਅੜੀ ਹੋਈ ਹੈ, ਦੂਜੇ ਪਾਸੇ ਕਿਸਾਨ ਵੀ ਅੜੇ ਹੋਏ। ਤੁਹਾਨੂੰ ਇਹ ਵੀ ਦੱਸ ਦਿਆਂ ਕਿ ਰਾਜਸਥਾਨ ਤੋਂ ਬਹੁਤ ਹੀ ਸੰਖਿਆ ਵਿੱਚ, ਭਾਰੀ ਸੰਖਿਆ ਵਿੱਚ ਜਥੇਬੰਦੀਆਂ ਦਿੱਲੀ ਦੀ ਤਰਫ ਕੱਲ੍ਹ ਰਵਾਨਾ ਹੋ ਗਈਆਂ ਅਤੇ 2 ਦਿਨਾਂ ਬਾਅਦ ਫਿਰ ਰਵਾਨਾ ਹੋਣ ਦੀ ਤਿਆਰੀ ਵਿੱਚ ਹੈ। ਅਤੇ 26 ਜਨਵਰੀ ਦਾ ਜਿਹੜਾ ਦਿਹਾੜਾ ਹੈ, 26 ਜਨਵਰੀ ਗਣਤੰਤਰ ਦਿਵਸ ਜਿਹੜਾ ਹਰ ਵਿਅਕਤੀ ਦੇਸ਼ ਦੇ ਅੰਦਰ ਮਨਾਉਂਦਾ ਹੈ ਅਤੇ ਕਿਸਾਨ ਵੀ ਉਹਨੂੰ ਮਨਾਉਣਾ ਚਾਹੁੰਦੇ ਆ। ਪਰ ਮੋਦੀ ਸਰਕਾਰ ਕੇ ਦੁਆਰਾ ਜਿਹੜੇ ਦਿੱਲੀ ਦੇ ਰਸਤੇ ਆ ਉਹਦੇ 'ਤੇ ਚਾਰੋਂ ਤਰਫ 4-4 ਲੇਅਰ ਬਣਾ ਕੇ ਜੋ ਬੈਰੀਕੇਡ ਲਗਾ ਦਿੱਤੇ ਹਨ ਅਤੇ ਹੁਣ ਦੇਖਣਾ ਹੋਊਗਾ ਕਿ ਕਿਸਾਨ ਆਪਣੀ ਰੈਲੀ ਨੂੰ ਕਿਸ ਤਰ੍ਹਾਂ ਕੱਢਦੇ ਹੈ ਅਤੇ ਕਿਸ ਤਰ੍ਹਾਂ ਮੋਦੀ ਸਰਕਾਰ ਨਾਲ ਮੱਥਾ ਲਾ ਕੇ ਕਾਨੂੰਨਾਂ ਨੂੰ ਵਾਪਸ ਕਰਾਉਂਦੇ ਹੈ। ਕਲਮ ਨਿਊਜ਼ ਵਾਸਤੇ ਗੁਰਦੇਵ ਸਿੰਘ ਸੈਣੀ ਦੀ ਰਿਪੋਰਟ।